ਦੋਸਤੋ, ਯੋਗ ਦੇ ਨਾਲ ਅਸਾਧ ਤੋਂ ਅਸਾਧ ਰੋਗ ਦੂਰ ਕੀਤੇ ਜਾ ਸਕਦੇ ਹਨ, ਪਰ ਜ਼ਰੂਰਤ ਹੈ ਇਸ ਦਾ ਨਿਰੰਤਰ ਅਭਿਆਸ ਕਰਨ ਦਾ ਤੇ ਇਹਨੂੰ ਮਨ ਲਗਾ ਕੇ ਕਰਨ ਦਾ। ਸੋ ਕੀ ਬਾਕੀ ਅਸਾਧ ਰੋਗ ਜੇ ਯੋਗ ਦੂਰ ਕਰ ਸਕਦਾ ਹੈ ਤੇ ਇਸ ਕਰੋਨਾ ਮਹਾਮਾਰੀ ਨੂੰ ਨਹੀਂ ਦੂਰ ਕਰ ਸਕਦਾ? ਜੀ ਹਾਂ, ਜ਼ਰੂਰ ਕਰ ਸਕਦਾ ਹੈ, ਪਰ ਜ਼ਰੂਰਤ ਹੈ ਸਮੇਂ ਸਿਰ ਆਪਣੇ ਲੱਛਣਾਂ ਨੂੰ ਪਹਿਚਾਨ ਕੇ ਉਸ ਦੀ ਰੋਕਥਾਮ ਕਰਨ ਦੀ। ਸੋ ਮੇਰੇ ਇਸ ਪਹਿਲੇ ਪ੍ਰੋਗਰਾਮ ਵਿੱਚ ਮੈਂ ਗੱਲ ਕਰਾਂਗੀ ਉਹ ਲੋਕ ਜਿਨ੍ਹਾਂ ਨੂੰ ਹਾਲੇ ਇਸ ਕੋਵਿਡ ਦੇ ਸਿੰਪਟਮਸ ਸਟਾਰਟ ਹੋਏ ਨੇ। ਸ਼ੁਰੂਆਤ ਦੇ ਤੌਰ ਤੇ ਜਿਸ ਤਰ੍ਹਾਂ ਗਲੇ ਦੇ ਵਿੱਚ ਖਰਖਰੀ ਹੋਣਾ, ਗਲਾ ਸੁੱਕਣਾ ਜਾਂ ਥੋੜੀ ਖਾਂਸੀ, ਥੋੜਾ ਜਿਹਾ ਜ਼ੁਕਾਮ, ਥੋੜਾ ਜਿਹਾ ਬਦਨ ਦਰਦ, ਜਿਸ ਤਰ੍ਹਾਂ ਹੀ ਇਹਨਾਂ ਅਲਾਮਤਾਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਤੁਹਾਨੂੰ ਉਸੇ ਵੇਲੇ ਅਲਰਟ ਹੋ ਜਾਣਾ ਚਾਹੀਦਾ ਹੈ। ਮੈਂ ਅੱਜ ਤੁਹਾਡੇ ਨਾਲ ਕੁਝ ਸਾਹਾਂ ਦੀ ਐਕਸਰਸਾਈਜ਼ਸ ਸ਼ੇਅਰ ਕਰਾਂਗੀ ਜਿਹਦੇ ਨਾਲ ਤੁਸੀਂ ਆਪਣੇ ਫੇਫੜਿਆਂ ਨੂੰ ਮਜ਼ਬੂਤ ਕਰ ਸਕਦੇ ਹੋ ਤਾਂ ਕਿ ਇਸ ਮਹਾਮਾਰੀ ਦੇ ਕੰਪਲਿਕੇਸ਼ਨਸ ਤੋਂ ਬਚ ਸਕੋ, ਇਸ ਮਹਾਮਾਰੀ ਨੂੰ ਜਲਦ ਤੋਂ ਜਲਦ ਆਪਣੇ ਸਰੀਰ ਤੋਂ ਦੂਰ ਕਰ ਸਕੋ। ਪਲੱਸ ਮੈਂ ਤੁਹਾਨੂੰ ਇੱਕ ਤਰੀਕਾ ਦੱਸਾਂਗੀ ਸਟੀਮ ਲੈਣ ਦਾ, ਜਿਹਦੇ ਨਾਲ ਤੁਸੀਂ ਜਿਸ ਤਰ੍ਹਾਂ ਹੀ ਤੁਹਾਡੇ ਅੰਦਰ ਅਲਾਮਤਾਂ ਸ਼ੁਰੂ ਹੁੰਦੀਆਂ ਨੇ ਤੁਸੀਂ ਉਸ ਨੂੰ ਦੂਰ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ, ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਹੈ ਕਿ ਹਾਲੇ ਤੁਹਾਡੇ ਅੰਦਰ ਸਿਰਫ ਇੱਕ ਦਿਨ ਹੋਇਆ ਹੈ, ਤੁਹਾਡੇ ਗਲੇ ਦੇ ਵਿੱਚ ਥੋੜੀ ਜਿਹੀ ਦਰਦ ਸ਼ੁਰੂ ਹੋਈ ਹੈ, ਤੁਹਾਨੂੰ ਥੋੜੀ ਖਾਂਸੀ ਆ ਰਹੀ ਹੈ, ਹਲਕਾ ਜਿਹਾ ਜ਼ੁਕਾਮ ਤੇ ਹਲਕਾ ਜਿਹਾ ਬਦਨ ਦਰਦ ਹੋ ਰਿਹਾ ਹੈ। ਤਾਂ ਉਸ ਦੇ ਵਾਸਤੇ ਤੁਸੀਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਅੱਛਾ ਸਟੀਮਰ ਲੈ ਕੇ ਇਹਨੂੰ ਤੁਸੀਂ ਪਲੇਨ ਵਾਟਰ ਦੇ ਨਾਲ ਭਰਨਾ ਹੈ। ਇਹਦੇ ਵਿੱਚ ਕੋਈ ਮੈਡੀਸਿਨ ਐਡ ਨਹੀਂ ਕਰਨੀ। ਬਹੁਤ ਲੋਕਾਂ ਨੂੰ ਭਾਫ਼ ਲੈਣੀ ਆਉਂਦੀ ਹੈ, ਬਟ ਭਾਫ਼ ਲੈਣ ਦਾ ਇੱਕ ਸਹੀ ਤਰੀਕਾ ਹੁੰਦਾ ਹੈ ਜਿਹਦੇ ਨਾਲ ਇਹਦਾ ਬਹੁਤ ਵਧੀਆ ਸਾਨੂੰ ਰਿਜ਼ਲਟ ਮਿਲਦਾ ਹੈ। ਭਾਫ਼ ਲੈਣ ਵਾਸਤੇ ਤੁਹਾਡਾ ਪੱਖਾ ਬੰਦ ਹੋਣਾ ਚਾਹੀਦਾ ਹੈ। ਤੁਹਾਨੂੰ ਕੋਈ ਵੀ ਤੁਸੀਂ ਬਾਮ ਲੈਣੀ ਹੈ, ਆਯੁਰਵੈਦਿਕ, ਐਲੋਪੈਥਿਕ, ਹੋਮਿਓਪੈਥਿਕ, ਕਿਸੇ ਵੀ ਕੰਪਨੀ ਦੀ ਅੱਛੀ ਬਾਮ ਤੁਸੀਂ ਲੈ ਕੇ ਆਪਣੀ ਜਿਹੜੀ ਛਾਤੀ ਦੇ ਉੱਤੇ ਤੁਸੀਂ ਬਾਮ ਨੂੰ ਪਹਿਲੇ ਚੰਗੀ ਤਰ੍ਹਾਂ ਅਪਲਾਈ ਕਰਨਾ ਹੈ। ਅਗਰ ਕਿਸੇ ਨੂੰ ਚਰਮ ਰੋਗ ਹਨ ਤੇ ਉਹਨਾਂ ਨੂੰ ਬਾਮ ਨਹੀਂ ਲਗਾਉਣੀ ਚਾਹੀਦੀ। ਬਾਕੀ ਸਭ ਲੋਕਾਂ ਨੂੰ ਜ਼ਰੂਰੀ ਹੈ ਕਿ ਆਪਣੀ ਛਾਤੀ ਦੇ ਉੱਤੇ ਬਾਮ ਨੂੰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਤੁਸੀਂ ਛਾਤੀ ਦੇ ਉੱਤੇ ਕੱਪੜੇ ਨਹੀਂ ਪਾਣੇ। ਇੱਕ ਚੱਦਰ ਲੈ ਕੇ ਇਹਦੇ ਵਿੱਚ ਜਦੋਂ ਪਾਣੀ ਗਰਮ ਹੋ ਜਾਏ ਤਾਂ ਤੁਸੀਂ ਚੱਦਰ ਉੱਪਰ ਸਿਰ ਦੇ ਉੱਪਰ ਦੀ ਕਰਕੇ ਚੰਗੀ ਤਰ੍ਹਾਂ ਤੁਸੀਂ ਭਾਫ਼ ਨੂੰ ਲੈਣਾ ਹੈ। ਕਮ ਸੇ ਕਮ 3 ਮਿੰਟ ਤੋਂ ਲੈ ਕੇ 7 ਮਿੰਟ ਦੇ ਤੱਕ ਤੁਸੀਂ ਚੰਗੀ ਤਰ੍ਹਾਂ ਭਾਫ਼ ਲੈਣ ਤੋਂ ਬਾਅਦ, ਉਸ ਤੋਂ ਬਾਅਦ ਵੀ ਤੁਸੀਂ 15 ਮਿੰਟ ਤੱਕ ਪੱਖਾ ਨਹੀਂ ਚਲਾਣਾ। ਉਸ ਤੋਂ ਬਾਅਦ ਹੋਰ ਜ਼ਰੂਰੀ ਕੰਮ ਤੁਸੀਂ ਕੀ ਕਰੋਗੇ? ਭਸਤ੍ਰਿਕਾ ਪ੍ਰਾਣਾਯਾਮ ਕਰੋਗੇ। ਭਸਤ੍ਰਿਕਾ ਪ੍ਰਾਣਾਯਾਮ ਇੱਕ ਇੱਦਾਂ ਦੀ ਸਾਹਾਂ ਦੀ ਐਕਸਰਸਾਈਜ਼ ਹੈ ਜਿਹੜੇ ਸਾਡੇ ਸਰੀਰ ਦੇ ਵਿੱਚੋਂ ਹਰ ਤਰ੍ਹਾਂ ਦੇ ਟੌਕਸਿਨਸ ਯਾਨੀ ਕਿ ਬਿਮਾਰੀਆਂ ਬਣਾਉਣ ਵਾਲੇ ਕੀਟਾਣੂ ਬਾਹਰ ਨਿਕਾਲਦੀ ਹੈ। ਚਾਹੇ ਉਹ ਬੈਕਟੀਰੀਆ ਹੋਵੇ, ਚਾਹੇ ਉਹ ਵਾਇਰਸ ਹੋਵੇ, ਚਾਹੇ ਉਹ ਫੰਗਸ ਹੋਵੇ, ਕੋਈ ਵੀ ਐਲਰਜਨਸ। ਇਹ ਵਾਲੀ ਜਿਹੜੀ ਸਾਹਾਂ ਦੀ ਮੈਂ ਐਕਸਰਸਾਈਜ਼ ਤੁਹਾਨੂੰ ਦੱਸਣ ਜਾ ਰਹੀ ਹਾਂ, ਤੁਹਾਨੂੰ ਸ਼ੁਰੂਆਤੀ ਲੱਛਣ ਜਿੱਦਾਂ ਹੀ ਆਉਣ, ਅਗਰ ਤੁਸੀਂ ਦਿਨ 'ਚ 2 ਵਾਰ ਤੁਸੀਂ ਭਸਤ੍ਰਿਕਾ ਪ੍ਰਾਣਾਯਾਮ ਕਰੋਗੇ ਤਾਂ ਤੁਹਾਡੇ ਨੱਕ ਦੇ ਵਿੱਚ ਕੋਈ ਵੀ ਵਾਇਰਸ ਅਗਰ ਗਿਆ ਹੈ ਤਾਂ ਉਹ ਤੁਰੰਤ ਬਾਹਰ ਚਲਾ ਜਾਏਗਾ। ਸੋ ਭਾਫ਼ ਲੈਣ ਤੋਂ ਬਾਅਦ ਅਸੀਂ ਭਸਤ੍ਰਿਕਾ ਪ੍ਰਾਣਾਯਾਮ ਕਰਾਂਗੇ। ਸੋ ਭਸਤ੍ਰਿਕਾ ਪ੍ਰਾਣਾਯਾਮ ਕਰਨ ਵਾਸਤੇ ਤੁਸੀਂ ਪਿੱਠ ਸਿੱਧੀ ਕਰਕੇ ਬੈਠੋਗੇ ਔਰ ਆਪਣੀਆਂ ਲੱਤਾਂ ਨੂੰ, ਜਿਨ੍ਹਾਂ ਨੂੰ ਗੋਡੇ ਦੀ ਪ੍ਰੋਬਲਮ ਹੈ ਉਹ ਆਪਣੀਆਂ ਲੱਤਾਂ ਨੂੰ ਸਿੱਧਾ ਵੀ ਕਰ ਸਕਦੇ ਨੇ। ਤੁਸੀਂ ਕੁਰਸੀ ਤੇ ਵੀ ਬੈਠ ਸਕਦੇ ਹੋ, ਤੁਸੀਂ ਬੈੱਡ ਤੇ ਵੀ ਬੈਠ ਸਕਦੇ ਹੋ। ਬਸ ਥੋੜਾ ਜਿਹਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਡੇ ਜਿਹੜੇ ਕਮਰੇ ਦੇ ਵਿੱਚ ਫਰੈਸ਼ ਏਅਰ ਆਣੀ ਜ਼ਰੂਰੀ ਹੈ। ਸੋ ਆਸ-ਪਾਸ ਕੋਈ ਵੀ ਡਸਟਬਿਨ ਨਹੀਂ ਹੋਣਾ ਚਾਹੀਦਾ, ਕੋਈ ਵੀ ਤੇਜ਼ ਖੁਸ਼ਬੂਦਾਰ ਚੀਜ਼ ਨਹੀਂ ਹੋਣੀ ਚਾਹੀਦੀ। ਸੋ ਸਟੀਮ ਲੈਣ ਦੇ ਤੁਰੰਤ ਬਾਅਦ ਅਸੀਂ ਭਸਤ੍ਰਿਕਾ ਪ੍ਰਾਣਾਯਾਮ ਕਰਾਂਗੇ।
ਉਸ ਦੀ ਸ਼ੁਰੂਆਤ ਅਸੀਂ ਖੱਬੇ ਪਾਸਿਓਂ यानी ਲੈਫਟ ਸਾਈਡ ਤੋਂ ਕਰਾਂਗੇ। ਸੋ ਲੈਫਟ ਸਾਈਡ ਸਾਡਾ ਚੰਦਰਮਾ ਸਵਰ ਹੁੰਦਾ ਹੈ। ਜਦੋਂ ਵੀ ਅਸੀਂ ਸਾਹਾਂ ਦੀ ਐਕਸਰਸਾਈਜ਼ਸ ਕਰਦੇ ਹਾਂ ਹਮੇਸ਼ਾ ਅਸੀਂ ਖੱਬੇ ਪਾਸੇ ਤੋਂ ਹੀ ਸ਼ੁਰੂਆਤ ਕਰਦੇ ਹਾਂ। ਸੋ ਆਪਣੀ ਸੱਜੀ ਨਾਸਿਕਾ ਨੂੰ यानी ਰਾਈਟ ਨੋਸਟ੍ਰਿਲ ਨੂੰ ਤੁਸੀਂ ਰਾਈਟ ਅੰਗੂਠੇ ਦੇ ਨਾਲ ਇਸ ਤਰੀਕੇ ਨਾਲ ਬੰਦ ਕਰਨਾ ਹੈ ਔਰ ਖੱਬੀ ਨਾਸਿਕਾ ਦੇ ਨਾਲ ਤੁਸੀਂ ਸਾਹ ਲੈਣਾ ਵੀ ਹੈ ਤੇ ਸਾਹ ਛੱਡਣਾ ਵੀ ਹੈ। सिर्फ साह छड़ना नहीं, साह लेना भी है, साह छड़ना भी है, थोड़ा जिहा जोर दे नाल। सो पुराने ज़माने विच जिहड़े सुनियारे हुंदे सी वो सोने दी जिहड़ी प्योरिटी हुंदे सी उन्होंने हथौड़े मार मार के निखारते सी। यानी सोना जिन्ना ज़्यादा प्योर होएगा उन्ना वधिया होएगा। कुछ इसे तरह ही जदों असी भस्त्रिका प्राणायाम करते हाँ तो साडे पेट दे उत्ते इस तरह के स्ट्रोक्स इस तरह के झटके नाभि के उत्ते लगते हैं जिहदे नाल साडा अंदरला शरीर भी सोने वर्गा बिल्कुल शुद्ध हो सकता है। सो राइट नॉस्ट्रिल नूं बंद करते हुए लिप्स नूं बंद रखते हुए असी लैफ्ट नॉस्ट्रिल तो भस्त्रिका प्राणायाम करांगे जिन्हों कि असी चंद्रांग भस्त्रिका का नाम देने हाँ। सो मैं तुहानूं करके दिखावांगी। इसकी स्पीड बिल्कुल सैकेंड की सूई वांग होनी चाहिए है क्योंकि जेड़े साडे बजुर्ग जिन्होंने ब्लड प्रेशर की प्रॉब्लम है, जिन्होंने साह की प्रॉब्लम है या जिन्होंने बहुत ज़्यादा डिप्रैशन रहिंदा है उन्होंने इस प्राणायाम नूं ज़्यादा तेज़ नहीं करना चाहिए। जिन्होंने हरनिया है या जिन्हों के पेट के उत्ते कोई भी ऑपरेशन होके हटिया है उन्होंने भी इसकी स्पीड बहुत स्लो रखनी चाहिए है। सो आप साह लै रहे हो और साह छाड़ रहे हो, थोड़ी आवाज़ भी आनी चाहिए है और एक सैकेंड विच एक बार तुसी इसकी स्पीड जिहड़ी है वो रखनी है। जदों तुसी साह लैंदे हो तो आवाज़ आती है, जो साह छड़ते हो उदों भी आवाज़ आती है और जो तुसी साह छड़ते हो तो तुहाडा पेट जिहड़ा है वो अंदर नूं जांदा है। तुसी अपना जिहड़ा हाथ है वो बहुत आराम दे नाल अपनी नाभि दे उत्ते रख के तुसी अपनी पेट दी मूवमेंट नूं फील कर सकते हो। सो इस तरह करन नाल की हो रहा है, अगर तुहाडे नक दे विच साइनसाइटिस की प्रॉब्लम है, तुहानूं पुरानी एलर्जी है, तुहानूं साह की तकलीफ है या जिवें मैं प्रोग्राम के शुरुआत विच दस्सिया कि तुहानूं कोई भी इन्फैक्शन दे हाली शुरुआत है तो वो नाल दी नाल तुहाडे साफ हो जाएगी। सो इसनूं करन दा समा कितना होना चाहिए है, इसनूं तुसी लगातार 1 मिनट तक करना है सिर्फ लैफ्ट साइड तो। सो लैफ्ट साइड अगर तुसी ब्लड प्रेशर या हार्ट दे पेशेंट हो तो लैफ्ट साइड करन तो बाद तुसी थोड़ी देर रुकना है, उस तो बाद तुसी फिर अपनी खब्बी नासिका नूं बंद करके सेम प्राणायाम नूं तुसी सज्जे पासे करना है जिसनूं असी सूर्यांग भस्त्रिका प्राणायाम बोलते हाँ। इस भस्त्रिका प्राणायाम दे होर ये भी फायदे ने कि जे तुहाडे पेट दे उत्ते बहुत सारा चर्बी है, तुहाडे लिवर विच फैटी लिवर है, तुहानूं पेट की कोई समस्या रहिंदी है, इस प्राणायाम नूं करन नाल तुहाडी पेट दीयां भी बीमारियां दूर हो सकदियां ने। हाँ जी, अगले हिस्से विच असीं करांगे अपने दोनों हत्थां नूं गोडे दे उत्ते रखांगे ते दोनों पासियों साह नूं लैना है ते साह नूं छड्डना है। भस्त्रिका प्राणायाम वास्ते मैं एक ज़रूरी गल दसांगी कि क्योंकि इस प्राणायाम नूं जदों असीं कर रहे हैं तो साडे पेट की मूवमेंट हो रही है। सो इसका लाभ उदों ज़्यादा होएगा जदों तुहाडा पेट खाली होएगा सवेरे, या फिर अगर तुसीं शाम नूं भी करना चाहते हो तो तुहाडी रोटी यानी लंच दे ते इस प्राणायाम दे विचकार घट्टो घट्ट 3 घंटे का फासला ज़रूर होना चाहिए है। इस तो बाद जो असी भस्त्रिका प्राणायाम कर लिया, भस्त्रिका प्राणायाम तो बाद लास्ट स्टैप जिहदा कि होर ज़्यादा सानू फायदा होएगा। जिस तरह दोस्तों तुसी जानते हो कि मरीज़
ਸੀਰੀਅਸ ਉਦੋਂ ਹੋ ਰਹੇ ਨੇ ਜਦੋਂ ਉਹਨਾਂ ਦਾ ਆਕਸੀਜਨ ਲੈਵਲ ਘਟਦਾ ਹੈ। ਸੋ ਇਹ ਵਾਲਾ ਜਿਹੜਾ ਆਪਾਂ ਪ੍ਰਾਣਾਯਾਮ ਕਰਨ ਜਾ ਰਹੇ ਹਾਂ, ਇਹਦੇ ਵਿੱਚ ਅਸੀਂ खूब सारी ऑक्सीजन ही अंदर भर रहे हाँ। सो अनुलोम विलोम प्राणायाम करांगे भस्त्रिका प्राणायाम करन तो तुरंत बाद। सो ਇਹਦੇ ਵਾਸਤੇ ਤੁਸੀਂ ਫਿਰ ਤੋਂ ਸੱਜੀ ਨਾਸਿਕਾ ਬੰਦ ਕਰਨੀ ਹੈ और ਖੱਬੇ ਪਾਸਿਓਂ ਹੁਣ ਇਸ ਪ੍ਰਾਣਾਯਾਮ ਦੇ ਵਿੱਚ ਅਸੀਂ ਜ਼ੋਰ ਨਹੀਂ ਲਗਾਣਾ। ਇਸ ਤੋਂ ਪਹਿਲਾਂ ਜੋ ਅਸੀਂ ਕਰ ਰਹੇ ਸੀ ਅਸੀਂ ਜ਼ੋਰ ਲਗਾ ਰਹੇ ਸੀ ਕਿਉਂਕਿ ਉਹ ਪਾਵਰਫੁਲ ਬਰੀਥਿੰਗ ਐਕਸਰਸਾਈਜ਼ਸ ਸੀ, ਆਪਣੇ ਸਰੀਰ ਵਿੱਚੋਂ ਕੂੜਾ ਕਰਕਟ ਟੌਕਸਿਨਸ ਬਾਹਰ ਕੱਢਣ ਵਾਸਤੇ ਸੀ ਤੇ ਸਾਡਾ ਜ਼ੋਰ ਲੱਗ ਰਿਹਾ ਸੀ। ਹੁਣ ਅਸੀਂ ਆਪਣੇ ਅੰਦਰ ਆਕਸੀਜਨ ਲੈ ਕੇ ਜਾਣੀ ਹੈ ਤਾਂ ਬੜੇ ਆਰਾਮ ਨਾਲ ਤੇ ਸਹਿਜੇ ਸਹਿਜੇ ਕਰਨਾ ਹੈ। ਸੋ ਖੱਬੀ ਨਾਸਿਕਾ ਦੇ ਵਿੱਚੋਂ ਸਾਹ ਲੈਣਾ ਹੈ और थोड़ा जिहा रुक के सज्जी नासिका चो बाहर कढ़ देना है। ਇਹਦੇ ਵਿੱਚ ਮੂੰਹ ਤੁਹਾਡਾ ਬੰਦ ਰਹੇਗਾ, ਗਰਦਨ ਸਿੱਧੀ, ਪਿੱਠ ਸਿੱਧੀ और ਤੁਹਾਡਾ ਧਿਆਨ ਪੂਰਾ ਦਾ ਪੂਰਾ ਤੁਹਾਡੇ ਸਾਹਾਂ ਦੇ ਉੱਤੇ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਮਨ ਵਿੱਚ ਆਪਣੇ ਜੋ ਵੀ ਤੁਹਾਡੇ ਮੰਤਰ ਦਾ ਜਾਪ ਕਰਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ। ਤੁਸੀਂ ਆਪਣੇ ਕਿਸੇ ਵੀ ਗੁਰੂ ਪੀਰ ਪੈਗੰਬਰ ਬਾਰੇ ਸੋਚਣਾ ਚਾਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਉਹ ਸੋਚ ਰੱਖਣ ਨਾਲ ਤੁਹਾਡਾ ਇਸ ਪ੍ਰਾਣਾਯਾਮ ਕਰਨ ਦਾ ਤੁਹਾਨੂੰ ਲਾਭ ਜ਼ਿਆਦਾ ਹੋਏਗਾ। ਸੋ ਸੱਜੀ ਨਾਸਿਕਾ ਤੋਂ ਸਾਹ ਛੱਡਣ ਤੋਂ ਬਾਅਦ ਫਿਰ ਵਾਪਸ ਸੱਜੀ ਨਾਸਿਕਾ ਤੋਂ ਸਾਹ ਭਰਾਂਗੇ। लंबा गहरा साह भरना है, थोड़ा जिहा रुक के खब्बी नासिका तो साह छड़ देना है। सो असी यह एक राउंड किया। इसी तरह तुसी लगातार इस एक्सरसाइज नू करते रहना है। 2 मिनट तो पहला तुसी बिल्कुल नहीं हटना, कम से कम 2 मिनट लगातार विचकार रुकना है तो अखां बंद करके रिलैक्स करना है। रुकन दे वेले तुसी आस पास किसी दे नाल गल्लां नहीं करनियां, बिल्कुल रिलैक्स करके तुसी दूसरा राउंड करोगे। खब्बी नासिका नाल साह भरिया, थोड़ा रुके, सज्जी नासिका तो साह छड्डिया, सज्जी तो फिर तो भरिया, थोड़ा रुके और खब्बी तो छड़ दिता। जे किसी ਨੂੰ ਸਾਹ ਦੀ ਪ੍ਰੋਬਲਮ ਹੈ, ਕਿਸੇ ਕੋਈ ਹਾਰਟ ਪੇਸ਼ੈਂਟ ਹੈ ਤਾਂ ਉਹ ਸਾਹ ਰੋਕਣ ਵੇਲੇ ਥੋੜਾ ਜਿਹਾ ਇਹਤਿਆਤ ਜ਼ਰੂਰ ਵਰਤੇਗਾ। ਜ਼ਰੂਰਤ ਤੋਂ ਜ਼ਿਆਦਾ ਸਾਹ ਨਹੀਂ ਰੋਕਣਾ, ਤੁਹਾਡੀ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਹੀ ਤੁਸੀਂ ਸਾਹ ਰੋਕਣਾ ਹੈ। ਸੋ ਇਸ ਪ੍ਰਾਣਾਯਾਮ ਨੂੰ ਤੁਸੀਂ 2 ਮਿੰਟ ਤੋਂ ਲੈ ਕੇ 15 ਮਿੰਟ ਤੱਕ ਜ਼ਰੂਰ ਕਰਨਾ ਹੈ ਔਰ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਤੁਸੀਂ ਇਸ ਪ੍ਰਾਣਾਯਾਮ ਦੇ ਨਾਲ ਨਿਰੋਗ ਕਰ ਸਕਦੇ ਹੋ। ਸੋ ਮੈਂ ਉਮੀਦ ਕਰਦੀ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜਿਨ੍ਹਾਂ ਨੂੰ ਇਹ ਲੱਛਣ ਸ਼ੁਰੂਆਤੀ ਤੌਰ 'ਤੇ ਨੇ ਉਹਨਾਂ ਨੂੰ ਉਹ ਇਸ ਪ੍ਰੋਗਰਾਮ ਦਾ ਭਰਪੂਰ ਫਾਇਦਾ ਉਠਾਉਣਗੇ ਤੇ ਆਪਣੀ ਬਿਮਾਰੀ ਨੂੰ ਵਧਣ ਤੋਂ ਰੋਕਣਗੇ, ਆਪਣੀ ਬਿਮਾਰੀ ਨੂੰ ਸ਼ੁਰੂ ਵਿੱਚ ਹੀ ਖਤਮ ਕਰ ਦੇਣਗੇ। ਸੋ ਅੱਜ ਦੇ ਵਾਸਤੇ ਇੰਨਾ ਹੀ। ਮੈਂ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੀ ਹੋਰ ਨਵੇਂ ਹੈਲਥ ਟਿਪਸ ਲੈ ਕੇ। ਸ਼ੁਕਰੀਆ।